ਜਦੋਂ ਕੋਈ ਔਖਾ ਸਮਾਂ ਆਵੇ, ਕੋਈ ਸੰਕਟ ਦਾ ਸਮਾਂ ਆਵੇ, ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਆਗੂਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅੱਗੇ ਹੋ ਕੇ ਲੋਕਾਂ ਦੇ ਆਪਦੀ ਲੜਾਈ ਲੜਨ। ਅੱਜ ਸਾਡੇ ਸੂਬੇ ਦੇ ਆਗੂ, ਸਾਡੇ ਮੁੱਖ ਮੰਤਰੀ ਸਾਹਿਬ ਪਿਛਲੇ 1 ਸਾਲ ਤੋਂ ਫਾਰਮ ਹਾਊਸ ਚੋਂ ਨਹੀਂ ਨਿਕਲੇ। ਅੱਜ ਜਿੱਥੇ ਲੜਾਈ ਕੋਵਿਡ ਨਾਲ ਲੜਨ ਦਾ ਸਮਾਂ ਹੈ, ਉੱਥੇ ਕੁਰਸੀ ਵਾਸਤੇ ਲੜੀ ਜਾ ਰਹੇ ਆ। ਕੈਪਟਨ ਸਾਹਿਬ ਕਹਿੰਦੇ ਸਿੱਧੂ ਨੂੰ ਕੱਢ ਦਿਓ, ਸਿੱਧੂ ਕਹਿੰਦਾ ਕੈਪਟਨ ਸਾਹਿਬ ਨੂੰ ਕੱਢ ਦਿਓ, ਪ੍ਰਤਾਪ ਬਾਜਵਾ ਕਹਿੰਦਾ ਏਜੀ ਨੂੰ ਕੱਢ ਦਿਓ, ਤੇ ਕੋਵਿਡ ਨੂੰ ਕੱਢਣ ਦੀ ਗੱਲ ਹੀ ਨਹੀਂ ਕਰ ਰਿਹਾ। ਵੈਂਟੀਲੇਟਰ ਆਏ ਪਏ ਆ, ਉਹ ਇੰਸਟਾਲ ਨਹੀਂ ਹੋ ਰਹੇ ਕੇਂਦਰ ਵੱਲੋਂ ਜਿਹੜੇ ਭੇਜੇ ਗਏ। ਜਿੰਨੇ ਕਿ ਇੰਸਟਾਲ ਕੀਤੇ ਉਹਨਾਂ ਨੂੰ ਚਲਾਉਣ ਵਾਸਤੇ ਟੈਕਨੀਕਲ ਸਟਾਫ ਭਰਤੀ ਨਹੀਂ ਕੀਤਾ। ਆਕਸੀਜਨ ਦਾ ਪੁਖਤਾ ਪ੍ਰਬੰਧ ਹੈ ਨਹੀਂ। ਤੁਸੀਂ ਦੇਖੋ ਹਸਪਤਾਲਾਂ 'ਚ ਲੋਕ ਆਕਸੀਜਨ ਬਾਝੋਂ ਮਰ ਰਹੇ ਆ ਤੇ ਸ਼ਮਸ਼ਾਨ ਘਾਟ 'ਚ ਲੱਕੜਾਂ ਦੀ ਕਮੀ ਹੈ। ਇਹ ਹਾਲਾਤ ਪੰਜਾਬ ਦੇ ਬਣਾਤੇ ਇਹਨਾਂ ਨੇ। ਦੁੱਖ ਨਾਲ ਕਹਿਣਾ ਪੈ ਰਿਹਾ, ਅੱਜ ਸਿਆਸਤ ਦਾ ਸਮਾਂ ਨਹੀਂ ਹੈ। ਮੈਂ ਕੈਪਟਨ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੈਪਟਨ ਸਾਹਿਬ ਅੱਗੇ ਆਓ। ਤੁਹਾਨੂੰ ਲੋਕਾਂ ਨੇ ਬੜਾ ਵੱਡਾ ਬਹੁਮਤ ਦੇ ਕੇ ਸੂਬੇ ਦਾ ਮੁੱਖ ਮੰਤਰੀ ਬਣਾਇਆ ਸੀ। ਅੱਜ ਤੁਸੀਂ ਉੱਥੋਂ ਨਿਕਲ ਨਹੀਂ ਰਹੇ ਆਪਦੇ ਫਾਰਮ ਹਾਊਸ 'ਚੋਂ। ਇੱਥੇ ਲੋਕ ਤੁਹਾਡੇ ਸੂਬੇ ਦੇ ਮਰੀ ਜਾ ਰਹੇ ਆ, ਅੱਗ ਲੱਗੀ ਪਈ ਹੈ ਸੂਬੇ 'ਚ। ਜੋ ਹਾਲਾਤ ਅੱਜ ਪੰਜਾਬ ਦੇ ਇਹਨਾਂ ਨੇ ਬਣਾਤੇ, ਇਹ ਭੁੱਲ ਜਾਣ। 6 ਮਹੀਨੇ ਰਹਿ ਗਏ ਆ। ਤੁਸੀਂ ਸਾਰਿਆਂ ਨੂੰ, ਤੁਹਾਨੂੰ ਲੋਕ ਇਹੋ ਜਿਹਾ ਸਬਕ ਸਿਖਾਉਣਗੇ ਕਿ ਆਉਣ ਵਾਲੀਆਂ ਕਾਂਗਰਸ ਦੀਆਂ ਕਈ ਪੀੜ੍ਹੀਆਂ ਯਾਦ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਅਮਿਤ ਸ਼ਰਮਾ। ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਜਿੱਥੇ ਬਠਿੰਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਵਿਡ ਹੈਲਪਿੰਗ ਵਿੰਗ ਬਣਾਇਆ ਗਿਆ, ਉਸ ਵਿੰਗ ਦੇ ਜ਼ਰੀਏ ਕੋਵਿਡ ਦੇ ਮਰੀਜ਼ਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਘਰਾਂ ਤੱਕ ਖਾਣਾ ਮੁਹੱਈਆ ਕਰਵਾਇਆ ਜਾਂਦਾ ਤੇ ਨਾਲ ਹੀ ਹੁਣ ਪਲਾਜ਼ਮਾ ਡੋਨੇਟ ਕਰਨ ਦਾ ਵੀ ਜਿਹੜਾ ਯੂਥ ਅਕਾਲੀ ਦਲ ਦਾ ਇੱਕ ਵਧੀਆ ਉਪਰਾਲਾ ਹੈਗਾ। ਤੇ ਬਠਿੰਡਾ ਵਿੱਚ ਅੱਜ ਇਹ ਇੱਕ ਨਿੱਜੀ ਹਸਪੀਟਲ 'ਚ ਪਲਾਜ਼ਮਾ ਡੋਨੇਟ ਕੀਤਾ ਜਾ ਰਿਹਾ। ਯੂਥ ਅਕਾਲੀ ਦਲ ਦੇ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਨੇ ਪਰਬੰਤ ਸਿੰਘ ਬੰਟੀ ਰੋਮਾਣਾ ਜੀ। ਬੰਟੀ ਜੀ, ਇੱਕ ਪਾਸੇ ਕੋਵਿਡ ਹੈਲਪਿੰਗ ਵਿੰਗ ਬਣਿਆ ਹੋਇਆ, ਖਾਣਾ ਵੀ ਪਹੁੰਚਾਇਆ ਜਾ ਰਿਹਾ ਕਿਉਂਕਿ ਬੜੇ ਪਰਿਵਾਰ ਐਸੇ ਹੈ ਜਿਨ੍ਹਾਂ ਦੇ ਸਾਰੇ ਹੀ ਲੋਕ ਕੋਵਿਡ ਪੋਜ਼ਿਟਿਵ ਹੈ। ਤੇ ਦੂਸਰੇ ਪਾਸੇ ਹੁਣ ਜਿਹੜੀ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਹੈ ਤੁਹਾਡੇ ਅਕਾਲੀ ਦਲ, ਕੀ ਕਹਿਣਾ ਚਾਹੋਗੇ ਜੀ? ਅੱਜ ਜੋ ਸਮੇਂ 'ਚੋਂ ਪੰਜਾਬ ਤੇ ਸਾਡਾ ਮੁਲਕ ਗੁਜ਼ਰ ਰਿਹਾ ਨਾ ਜੀ, ਹਰ ਬੰਦੇ ਨੂੰ ਇਨਸਾਨੀਅਤ ਦੇ ਤੌਰ ਤੇ ਇਸ ਲੜਾਈ ਦੇ ਵਿੱਚ ਅੱਗੇ ਆ ਕੇ ਯੋਗਦਾਨ ਆਪਦਾ ਪਾਉਣਾ ਚਾਹੀਦਾ। ਜੋ ਬੰਦਾ ਕਰ ਸਕਦਾ ਆਪਦੀ ਸਮਰੱਥਾ ਤੋਂ ਵੱਧ ਕਰਨਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਦੋਂ ਦੀ ਇਹ ਮਹਾਮਾਰੀ ਸ਼ੁਰੂ ਹੋਈ ਹੈ, ਉਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਦੀ ਸਾਡੀ ਡਿਊਟੀ ਲਾਈ ਹੈ ਕਿ ਇਸ ਲੜਾਈ ਦੇ ਵਿੱਚ ਅੱਗੇ ਹੋ ਕੇ ਲੋਕਾਂ ਦਾ ਸਾਥ ਦਿਓ। ਫਿਰ ਉਹ ਚਾਹੇ ਜਿਵੇਂ ਤੁਸੀਂ ਕਿਹਾ ਕੋਵਿਡ ਹੈਲਪ ਸੈਂਟਰਸ ਹੋਣ, ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਦੀ ਗੱਲ ਹੋਵੇ, ਲੋਕਾਂ ਦੇ ਘਰਾਂ ਤੱਕ ਦਵਾਈਆਂ ਪਹੁੰਚਾਉਣ ਦੀ ਗੱਲ ਹੋਵੇ, ਲੋਕਾਂ ਨੂੰ ਹਸਪਤਾਲ ਲਿਜਾਣ ਦੀ ਗੱਲ ਹੋਵੇ, ਜਾਂ ਅੱਜ ਜਿਵੇਂ ਯੂਥ ਅਕਾਲੀ ਦਲ ਨੇ ਪਿਛਲੇ ਦਿਨਾਂ ਤੋਂ ਪਲਾਜ਼ਮਾ ਡੋਨੇਸ਼ਨ ਡਰਾਈਵ ਸ਼ੁਰੂ ਕੀਤੀ ਹੈ। ਸਾਨੂੰ ਪ੍ਰਧਾਨ ਸਾਹਿਬ ਨੇ ਇੱਕ ਹੁਕਮ ਕੀਤਾ ਸੀ ਕਿ ਇਸ ਮਹਾਮਾਰੀ ਦੀ ਲੜਾਈ 'ਚ ਪਲਾਜ਼ਮਾ ਥੈਰੇਪੀ ਇੱਕ ਇਲਾਜ ਹੈ, ਉਹਦੇ ਵਾਸਤੇ ਪਲਾਜ਼ਮਾ ਚਾਹੀਦਾ ਜਿਹੜੇ ਕੋਵਿਡ ਰਿਕਵਰਡ ਪੇਸ਼ੈਂਟਸ ਹੋਣ। ਸੋ ਉਹਨਾਂ ਦੇ ਹੁਕਮਾਂ ਤੇ ਅਸੀਂ ਇੱਕ ਪਲਾਜ਼ਮਾ ਬੈਂਕ ਤਿਆਰ ਕੀਤਾ ਸੀ ਯੂਥ ਅਕਾਲੀ ਦਲ ਨੇ। ਯੂਥ ਅਕਾਲੀ ਦਲ ਦੇ ਵਰਕਰ ਜਿੰਨੇ ਪੋਜ਼ਿਟਿਵ ਹੋ ਕੇ ਰਿਕਵਰ ਕੀਤੇ ਸੀ, ਸਾਰਿਆਂ ਨੇ ਆਪਦੇ ਆਪ ਨੂੰ ਉਹਦੇ ਵਿੱਚ ਰਜਿਸਟਰ ਕਰਾਇਆ ਸੀ। ਸੋ ਸੂਬੇ ਦੇ ਵਿੱਚ ਜਿੱਥੇ ਕਿਤੇ ਵੀ ਲੋੜ ਪੈਂਦੀ ਹੈ, ਉੱਥੇ ਜਿੱਥੋਂ ਸਾਨੂੰ ਕਾਲ ਆਉਂਦੀ ਹੈ, ਅਸੀਂ ਹੈਲਪਲਾਈਨ ਨੰਬਰਸ ਜਾਰੀ ਕੀਤੇ। ਜਿਸ ਹਸਪਤਾਲ 'ਚੋਂ ਕਾਲ ਆਉਂਦੀ ਹੈ, ਸਾਡਾ ਵਰਕਰ ਉੱਥੇ ਤੁਰੰਤ ਪਹੁੰਚ ਕੇ ਪਲਾਜ਼ਮਾ ਡੋਨੇਟ ਕਰਦਾ ਤੇ ਕੋਸ਼ਿਸ਼ ਕਰਦੇ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ। ਹੁਣ ਬਠਿੰਡੇ ਦੀ ਜੇ ਅੱਜ ਮੈਂ ਗੱਲ ਕਰਾਂ, ਬਠਿੰਡੇ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਸਾਡੇ ਯੂਥ ਦੇ ਆਗੂ ਅਬੇ ਢਿੱਲੋਂ ਜੀ, ਇਹਨਾਂ ਦੀ ਅਗਵਾਈ 'ਚ ਮੈਂ ਸ਼ਲਾਘਾ ਕਰਦਾ ਇਹਨਾਂ ਦੀ। ਇਹਨਾਂ ਨੇ ਇਕੱਲਿਆਂ ਨੇ ਪਿਛਲੇ 3 ਦਿਨਾਂ ਦੇ ਵਿੱਚ 32 ਬੰਦਿਆਂ ਤੋਂ ਪਲਾਜ਼ਮਾ ਇੱਥੇ ਡੋਨੇਟ ਕਰਾਇਆ ਬਠਿੰਡੇ 'ਚ, ਤੇ ਟੀਚਾ ਰੱਖਿਆ ਇਹਨਾਂ ਨੇ ਕਿ 100 ਬੰਦੇ ਤੋਂ ਮੈਂ ਇਕੱਲੇ ਨੇ ਪਲਾਜ਼ਮਾ ਡੋਨੇਟ ਕਰਾਉਣਾ। ਇਹ ਵੇਖੋ ਮਾਨਵਤਾ ਦੀ ਸੇਵਾ ਹੈ। ਜਿੱਥੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਕਿ ਅੱਗੇ ਆ ਕੇ ਮੈਂ ਆਪਦਾ ਯੋਗਦਾਨ ਪਾਵਾਂ, ਉੱਥੇ ਦੁੱਖ ਦੀ ਗੱਲ ਇਹ ਵੀ ਹੈ, ਮੈਂ ਕਹਿਣਾ ਨਹੀਂ ਚਾਹੁੰਦਾ ਪਰ ਰਹਿ ਨਹੀਂ ਸਕਦਾ ਕਹੇ ਬਿਨਾਂ, ਕਿ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਬਿਲਕੁਲ ਭੱਜ ਗਈ ਹੈ। ਜਦੋਂ ਕੋਈ ਔਖਾ ਸਮਾਂ ਆਵੇ, ਕੋਈ ਸੰਕਟ ਦਾ ਸਮਾਂ ਆਵੇ, ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਆਗੂਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅੱਗੇ ਹੋ ਕੇ ਲੋਕਾਂ ਦੇ ਆਪਦੀ ਲੜਾਈ ਲੜਨ। ਅੱਜ ਸਾਡੇ ਸੂਬੇ ਦੇ ਆਗੂ, ਸਾਡੇ ਮੁੱਖ ਮੰਤਰੀ ਸਾਹਿਬ ਪਿਛਲੇ 1 ਸਾਲ ਤੋਂ ਫਾਰਮ ਹਾਊਸ ਚੋਂ ਨਹੀਂ ਨਿਕਲੇ। ਸਾਡੇ ਹੈਲਥ ਮਿਨਿਸਟਰ ਸਾਹਿਬ ਗਾਇਬ ਹੈ। ਉਹਨਾਂ ਨੇ ਆਪਦੀ ਜ਼ਿੰਮੇਵਾਰੀ ਸਾਰੀ ਐਬਡੀਕੇਟ ਕਰਤੀ ਹੈ, ਲੋਕਾਂ ਨੂੰ ਲਵਾਰਸ ਛੱਡਤਾ। ਅੱਜ ਜਿੱਥੇ ਲੜਾਈ ਕੋਵਿਡ ਨਾਲ ਲੜਨ ਦਾ ਸਮਾਂ ਹੈ, ਉੱਥੇ ਕੁਰਸੀ ਵਾਸਤੇ ਲੜੀ ਜਾ ਰਹੇ ਆ। ਉਹ ਕੈਪਟਨ ਸਾਹਿਬ ਕਹਿੰਦੇ ਸਿੱਧੂ ਨੂੰ ਕੱਢ ਦਿਓ, ਸਿੱਧੂ ਕਹਿੰਦਾ ਕੈਪਟਨ ਸਾਹਿਬ ਨੂੰ ਕੱਢ ਦਿਓ, ਪ੍ਰਤਾਪ ਬਾਜਵਾ ਕਹਿੰਦਾ ਏਜੀ ਨੂੰ ਕੱਢ ਦਿਓ, ਤੇ ਕੋਵਿਡ ਨੂੰ ਕੱਢਣ ਦੀ ਗੱਲ ਹੀ ਨਹੀਂ ਕਰ ਰਿਹਾ ਕੋਈ। ਅੱਜ ਪੰਜਾਬ ਦੇ ਹਾਲਾਤ ਜੇ ਮਾੜੇ ਹੋਏ ਹੈ, ਉਹ ਇਸੇ ਕਾਰਨ ਹੋਏ ਹੈ। ਵੈਂਟੀਲੇਟਰ ਆਏ ਪਏ ਹੈ, ਉਹ ਇੰਸਟਾਲ ਨਹੀਂ ਹੋ ਰਹੇ।
ਕੇਂਦਰ ਵੱਲੋਂ ਜਿਹੜੇ ਭੇਜੇ ਗਏ, ਜਿੰਨੇ ਕਿ ਇੰਸਟਾਲ ਕੀਤੇ ਉਹਨਾਂ ਨੂੰ ਚਲਾਉਣ ਵਾਸਤੇ ਟੈਕਨੀਕਲ ਸਟਾਫ ਭਰਤੀ ਨਹੀਂ ਕੀਤਾ, ਆਕਸੀਜਨ ਦਾ ਪੁਖਤਾ ਪ੍ਰਬੰਧ ਹੈ ਨਹੀਂ, ਹਸਪਤਾਲਾਂ 'ਚ ਦਵਾਈਆਂ ਹੈ ਨਹੀਂ, ਹਸਪਤਾਲਾਂ ਦੇ ਵਿੱਚ ਬੈੱਡਸ ਹੈ ਨਹੀਂ। ਤੁਸੀਂ ਦੇਖੋ ਹਸਪਤਾਲਾਂ 'ਚ ਲੋਕ ਆਕਸੀਜਨ ਬਾਝੋਂ ਮਰ ਰਹੇ ਆ ਤੇ ਸ਼ਮਸ਼ਾਨ ਘਾਟ 'ਚ ਲੱਕੜਾਂ ਦੀ ਕਮੀ ਹੈ। ਇਹ ਹਾਲਾਤ ਪੰਜਾਬ ਦੇ ਬਣਾਤੇ ਇਹਨਾਂ ਨੇ। ਦੁੱਖ ਨਾਲ ਕਹਿਣਾ ਪੈ ਰਿਹਾ, ਅੱਜ ਸਿਆਸਤ ਦਾ ਸਮਾਂ ਨਹੀਂ ਹੈ। ਮੈਂ ਕੈਪਟਨ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੈਪਟਨ ਸਾਹਿਬ ਅੱਗੇ ਆਓ, ਤੁਹਾਨੂੰ ਲੋਕਾਂ ਨੇ ਬੜਾ ਵੱਡਾ ਬਹੁਮਤ ਦੇ ਕੇ ਸੂਬੇ ਦਾ ਮੁੱਖ ਮੰਤਰੀ ਬਣਾਇਆ ਸੀ। ਅੱਜ ਤੁਸੀਂ ਉੱਥੋਂ ਨਿਕਲ ਨਹੀਂ ਰਹੇ ਆਪਦੇ ਫਾਰਮ ਹਾਊਸ 'ਚੋਂ। ਇੱਥੇ ਲੋਕ ਤੁਹਾਡੇ ਸੂਬੇ ਦੇ ਮਰੀ ਜਾ ਰਹੇ ਆ, ਅੱਗ ਲੱਗੀ ਪਈ ਹੈ ਸੂਬੇ 'ਚ, ਤੁਸੀਂ ਚੀਕੂ ਤੇ ਸੀਤਾਫਲ ਗਿਣਨ ਤੇ ਲੱਗੇ ਪਏ ਹੋ। ਯਾਰ ਹਾਲਾਤ ਕੀ ਬਣਾਤੇ ਆ ਤੁਸੀਂ ਸੂਬੇ ਦੇ। ਬੱਟੀ ਜੀ, ਅੱਜ ਪੁਲਿਸ ਹਸਪੀਟਲ ਦੇ ਵਿੱਚ ਵੈਕਸੀਨੇਸ਼ਨ ਹੋਣੀ ਸੀ, ਮਤਲਬ ਮੁਲਾਜ਼ਮਾਂ ਦੀ ਹੋ ਰਹੀ ਹੈ ਲਗਾਤਾਰ, ਹੈਲਥ ਵਰਕਰਾਂ ਦੀ, ਪਰ ਅੱਜ ਅਸੀਂ ਵੀ ਗਏ ਹਾਂ ਉੱਥੇ ਤਾਂ ਵੈਕਸੀਨੇਸ਼ਨ ਇਸ਼ੂ ਹੀ ਨਹੀਂ ਹੋਈ, ਹਸਪੀਟਲ 'ਚ ਵੈਕਸੀਨੇਸ਼ਨ ਨਹੀਂ ਹੈਗੀ ਹੈ। ਤੁਹਾਨੂੰ ਲੱਗਦਾ ਲਾਪਰਵਾਹੀ ਹੈ, ਵੱਡੀ ਕਮੀ ਹੈ ਸਰਕਾਰ ਦੀ? ਕੱਲੀ ਲਾਪਰਵਾਹੀ ਨਹੀਂ ਮੈਂ ਕਹੂੰਗਾ, ਕ੍ਰਿਮੀਨਲ ਨੈਗਲੀਜੈਂਸ ਹੈ। ਦੇਖੋ ਜਿਹੜਾ ਜਿਉਣਾ ਮਰਨਾ ਹੈ ਨਾ ਬੰਦੇ ਦਾ, ਪਰਮਾਤਮਾ ਦੇ ਹੱਥ 'ਚ ਹੈ, ਠੀਕ ਹੈ, ਪਰ ਜੇ ਮੈਂ ਕਿਸੇ ਸਿਹਤ ਸਹੂਲਤ ਬਾਝੋਂ ਮਰ ਜਾਣਾ ਜੀ, ਫਿਰ ਉਹਦੀ ਜ਼ਿੰਮੇਵਾਰੀ ਸੂਬੇ ਦੀ ਸਰਕਾਰ ਤੇ ਹੈ। ਅੱਜ ਆਕਸੀਜਨ ਪਾਸਿਓਂ, ਆਕਸੀਜਨ ਬਾਝੋਂ ਲੋਕ ਮਰ ਰਹੇ ਹੈ, ਵੈਕਸੀਨ ਹੈ ਨਹੀਂ, ਹਸਪਤਾਲਾਂ 'ਚੋਂ ਡਾਕਟਰ ਰਿਜ਼ਾਈਨ ਕਰਕੇ ਜਾ ਰਹੇ ਹੈ। ਉਹ ਕਿਉਂ ਜਾ ਰਹੇ ਹੈ? ਕਿ ਜਰਨੈਲ ਹੀ ਹੈ ਨਹੀਂ ਲੜਾਈ ਲੜਨ ਵਾਲਾ। ਕੀ ਕਰਨ? ਫਰਸਟ੍ਰੇਟ ਹੋ ਰਹੇ ਆ ਉਸ ਲੜਾਈ 'ਚ। ਕਿਵੇਂ ਲੋਕਾਂ ਦੀ ਜਾਨ ਬਚਾਉਣ? ਲੋਕ ਰੋਜ਼ ਲੋਕਾਂ ਨੂੰ ਮਰਦਿਆਂ ਦੇਖਦੇ ਆਪਦੇ ਹਸਪਤਾਲਾਂ 'ਚ, ਦਵਾਈਆਂ ਬਾਝੋਂ, ਆਕਸੀਜਨ ਬਾਝੋਂ। ਮੈਂਟਲੀ ਉਹਨਾਂ ਤੇ ਅਸਰ ਹੋ ਰਿਹਾ ਤੇ ਉਹਨਾਂ ਦੇ ਜਿਨ੍ਹਾਂ ਨੇ ਇਹ ਚੀਜ਼ਾਂ ਪ੍ਰੋਵਾਈਡ ਕਰਨੀਆਂ ਉਹ ਮਿਸਿੰਗ ਇਨ ਐਕਸ਼ਨ ਹੈ ਜੀ। ਤੁਸੀਂ ਵੇਖੋ ਜਿਹੜੇ ਸੂਬਿਆਂ ਦੇ ਆਗੂ ਸੁਚੇਤ ਸੀ, ਜਦੋਂ ਇਹ ਮਹਾਮਾਰੀ ਪਿਛਲੇ ਸਾਲ ਆਈ ਉਦੋਂ ਕਿਸੇ ਨੂੰ ਇਹਦੇ ਬਾਰੇ ਨਹੀਂ ਪਤਾ ਸੀ, ਇੱਕ ਬੰਬ ਵਾਂਗੂ ਆ ਕੇ ਡਿੱਗੀ। ਪਰ ਪਿਛਲਾ ਸਾਲ ਸਵਾ ਸਾਲ ਸੀ ਸਰਕਾਰਾਂ ਕੋਲੇ ਤਿਆਰੀ ਕਰਨ ਦਾ। ਜਿਹੜੇ ਆਗੂ ਸੁਚੇਤ ਸੀ, ਜਿਹੜੇ ਸੂਬਿਆਂ ਦੇ ਆਗੂ, ਅੱਜ ਉਹ ਸੂਬਿਆਂ ਦੇ ਹਾਲਾਤ ਬਹੁਤ ਬਿਹਤਰ ਹੈ। ਤੁਸੀਂ ਕੇਰਲਾ ਦੀ ਗੱਲ ਕਰ ਲਓ, ਆਕਸੀਜਨ ਦੀ ਰਿਕੁਆਇਰਮੈਂਟ ਉਹਨਾਂ ਦੀ ਜਿਹੜੀ ਹੈ, ਉਹਨਾਂ ਕੋਲੇ 110% ਹੈ ਆਕਸੀਜਨ ਅੱਜ, ਕਿ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੈ ਉਹ ਤੋਂ 10% ਐਕਸਟਰਾ ਹੈ, ਆਪਦੇ ਗਵਾਂਢੀ ਸੂਬਿਆਂ ਨੂੰ ਦੇ ਰਹੇ। ਤੇ ਇੱਥੇ ਸਾਡੇ ਕੋਲੇ ਆਪਦੇ ਜੋਗੀ ਵੀ ਹੈ ਨਹੀਂ। ਕਿਉਂ ਜੀ? ਉਹ ਕੋਈ ਉੱਤੋਂ ਥੋੜੀ ਬੰਦੇ ਡਿੱਗੇ ਹੈ, ਉਹਨਾਂ ਨੇ ਸੀਰੀਅਸਲੀ ਲਿੱਤਾ ਇਸ ਬਿਮਾਰੀ ਨੂੰ, ਆਪਦੀ ਤਿਆਰੀ ਕੀਤੀ। ਤੇ ਇੱਥੇ ਸਾਲ ਸਵਾ ਸਾਲ ਹੋ ਗਿਆ, ਮੁੱਖ ਮੰਤਰੀ ਸਾਹਿਬ ਬਾਹਰ ਨਹੀਂ ਨਿਕਲੇ, ਚੀਕੂ ਤੇ ਸੀਤਾਫਲ ਗਿਣੀ ਜਾਂਦੇ। ਤੇ ਪ੍ਰਾਇੋਰਟੀ ਕਿੱਥੇ ਹੈ? ਸੂਬੇ ਦੇ ਹਾਲਾਤ ਅੱਜ ਇਸ ਤਰ੍ਹਾਂ ਦੇ ਬਣ ਗਏ। ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨੋਂ ਮੁੱਖ ਮੰਤਰੀ ਸਾਹਿਬ ਨੂੰ, ਪ੍ਰਧਾਨ ਸਾਹਿਬ ਨੇ, ਸਾਡਿਆਂ ਨੇ ਚਿੱਠੀ ਵੀ ਲਿਖੀ ਹੈ ਕਿ ਸਾਡਾ ਹਰ ਇੱਕ ਵਰਕਰ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਫਤੇ ਦੇ ਵਿੱਚ 4 ਕੋਵਿਡ ਕੇਅਰ ਸੈਂਟਰਸ ਤਿਆਰ ਕਰ ਸਕਦੀ ਹੈ ਆਕਸੀਜਨ ਲਾ ਕੇ, ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਸਕਦੀ ਹੈ, ਤੇ ਫਿਰ ਸੂਬੇ ਦੀ ਸਰਕਾਰ ਨੂੰ ਕੀ ਹੋਇਆ? ਸੂਬੇ ਦੀ ਸਰਕਾਰ ਜਵਾਬ ਤਾਂ ਦੇਵੇ ਨਾ ਕਿ 1 ਸਾਲ 'ਚ ਕੀ ਆਕਸੀਜਨ ਦਾ ਪ੍ਰਬੰਧ ਕੀਤਾ ਇਹਨਾਂ ਨੇ, ਕਿੰਨੇ ਬੈੱਡਸ ਐਕਸਟਰਾ ਐਡ ਕੀਤੇ, ਕਿੰਨੀਆਂ ਐਂਬੂਲੈਂਸਿਸ ਆਕਸੀਜਨ ਵਾਲੀਆਂ ਤਿਆਰ ਕੀਤੀਆਂ, ਕਿੰਨੇ ਵੈਂਟੀਲੇਟਰ ਨਵੇਂ ਇੰਸਟਾਲ ਕੀਤੇ ਤੇ ਕਿੰਨੀ ਭਰਤੀ ਹਸਪਤਾਲਾਂ 'ਚ ਕੀਤੀ। ਇਹ ਸਾਰਾ ਕੁਝ ਚਲਾਉਣ ਨੂੰ ਜਵਾਬ ਤਾਂ ਦੇਣਾ ਪਏਗਾ ਜੀ। ਲੋਕ ਜਵਾਬ ਮੰਗਣਗੇ। ਅੱਜ ਜਿਹੜੇ ਕੁਰਸੀ ਦੀ ਲੜਾਈ 'ਚ ਲੱਗੇ ਹੈ ਨਾ, ਅੱਜ ਤਾਂ ਇਹ ਸਾਰਿਆਂ ਦਾ ਜੀ ਹੈ ਕਿ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜੇ। ਜੋ ਹਾਲਾਤ ਅੱਜ ਪੰਜਾਬ ਦੇ ਇਹਨਾਂ ਨੇ ਬਣਾਤੇ, ਇਹ ਭੁੱਲ ਜਾਣ। 6 ਮਹੀਨੇ ਰਹਿ ਗਏ ਆ, ਤੁਸੀਂ ਸਾਰਿਆਂ ਨੂੰ, ਤੁਹਾਨੂੰ ਲੋਕ ਇਹੋ ਜਿਹਾ ਸਬਕ ਸਿਖਾਉਣਗੇ ਕਿ ਆਉਣ ਵਾਲੀਆਂ ਕਾਂਗਰਸ ਦੀਆਂ ਕਈ ਪੀੜ੍ਹੀਆਂ ਯਾਦ ਰੱਖਣਗੀਆਂ। ਆਖਰੀ ਸਵਾਲ ਬੰਟੀ ਜੀ ਇਹੀ ਹੈ, ਤੁਹਾਨੂੰ ਲੱਗਦਾ ਕਿ ਕਾਂਗਰਸ ਦਾ ਅੰਤਰਕਲਹ ਹੈਗਾ, ਪਰ ਇਹ ਹੁਣ ਲੜਨ ਦਾ ਵਕਤ ਨਹੀਂ ਹੈਗਾ। ਹੁਣ ਕੋਵਿਡ ਸਭ ਤੋਂ ਵੱਡਾ ਜਿਹੜਾ ਮਸਲਾ ਹੈਗਾ, ਉਹਦੇ ਵਿੱਚ ਕਾਂਗਰਸ ਨੂੰ ਇਕਜੁੱਟ ਹੋਣਾ ਚਾਹੀਦਾ। ਕਾਂਗਰਸ ਨੂੰ ਇਕਜੁੱਟ ਛੱਡੋ ਜੀ, ਕਾਂਗਰਸ ਨੂੰ ਆਪਦੀ ਲੜਾਈ ਛੱਡ ਕੇ ਸੂਬੇ ਦੀ ਸਿਹਤ ਸਹੂਲਤਾਂ ਵੱਲ, ਸੂਬੇ ਦੇ ਲੋਕਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਨ ਵੱਲ ਨੂੰ ਧਿਆਨ ਦੇਣਾ ਚਾਹੀਦਾ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ, ਸਾਰੇ ਕਾਂਗਰਸ ਦੇ ਮੰਤਰੀ, ਸਾਰੇ ਕਾਂਗਰਸ ਦੇ MLA ਸਮੇਤ ਮੁੱਖ ਮੰਤਰੀ ਇਸ ਲੜਾਈ ਦੇ ਵਿੱਚ ਲੱਗੇ ਪਏ ਆ। ਤੁਸੀਂ ਮੈਨੂੰ ਦੱਸੋ, ਰੋਜ਼ ਬਿਆਨ ਇਹਨਾਂ ਦੇ ਇੱਕ ਦੂਜੇ ਦੇ ਖਿਲਾਫ ਆਉਂਦੇ ਆ। ਕਦੇ ਤੁਸੀਂ ਇਹਨਾਂ ਦਾ ਬਿਆਨ ਕੋਵਿਡ ਤੇ ਸੁਣਿਆ ਕਿਸੇ ਦਾ? ਕਦੇ ਕੋਈ ਮੰਤਰੀ ਨੂੰ ਤੁਸੀਂ ਸੂਬੇ ਦੇ ਸਿਵਲ ਹਸਪੀਟਲਸ ਦੇ ਵਿੱਚ ਜਾ ਕੇ ਹਾਲਾਤ ਦਾ ਜਾਇਜ਼ਾ ਲੈਂਦੇ ਦੇਖਿਆ? ਅੱਜ ਮੈਂ ਤੁਹਾਨੂੰ ਆਪਦੇ ਤਜਰਬੇ 'ਚੋਂ ਗੱਲ ਦੱਸਦਾ। ਅਸੀਂ ਪਲਾਜ਼ਮਾ ਡੋਨੇਸ਼ਨ ਡਰਾਈਵ ਸ਼ੁਰੂ ਕੀਤੀ ਹੈ। ਜਿੰਨੇ ਅਸੀਂ ਹੁਣ ਤੱਕ ਪਲਾਜ਼ਮਾ ਡੋਨੇਟ ਕਰ ਚੁੱਕੇ ਹਾਂ, 99% ਪ੍ਰਾਈਵੇਟ ਹਸਪੀਟਲਸ 'ਚੋਂ ਸਾਨੂੰ ਕਾਲਸ ਆਈਆਂ। ਕਿਉਂ ਜੀ? ਡਾਕਟਰ ਕੋਈ ਉੱਤੋਂ ਡਿੱਗੇ ਆ ਉਹਨਾਂ ਦੇ? ਵਾਈ ਸਿਵਲ ਹਸਪੀਟਲਸ ਕਿਉਂ ਨਹੀਂ ਇਸ ਸਹੂਲਤ ਨੂੰ ਲੈ ਰਹੇ ਜਦੋਂ ਅਸੀਂ ਦੇਣ ਨੂੰ ਤਿਆਰ ਹੈ? ਇੱਕ ਕਾਲ ਮੈਨੂੰ ਯਾਦ ਹੈ, ਸਾਡੇ ਇਸ ਇਲਾਕੇ 'ਚੋਂ ਸਿਵਲ ਹਸਪੀਟਲ ਮਾਨਸਾ ਤੋਂ ਆਈ ਸੀ, ਜਿੱਥੇ ਸਾਡੇ ਬੰਦੇ ਨੇ ਜਾ ਕੇ ਪਲਾਜ਼ਮਾ ਦਿੱਤਾ। ਤੇ ਕਿਉਂ ਨਹੀਂ ਇਹ CMOs ਕੀ ਕਰ ਰਹੇ ਹੈ, ਹੈਲਥ ਮਿਨਿਸਟਰ ਕੀ ਕਰ ਰਿਹਾ, ਕਿਉਂ ਨਹੀਂ ਇਹ ਅਵੇਲ ਕਰ ਰਹੇ? ਮੈਂ ਤਾਂ ਹੱਥ ਬੰਨ੍ਹ ਕੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਕੈਪਟਨ ਸਾਹਿਬ, ਅਸੀਂ ਤਿਆਰ ਹਾਂ ਇਸ ਲੜਾਈ 'ਚ,
ਪਲਾਜ਼ਮਾ ਦੇਣ ਨੂੰ ਸਾਡੇ ਕੋਲੇ ਪਲਾਜ਼ਮਾ ਬੈਂਕ ਹੈ, ਸਾਡੇ ਵਰਕਰ ਹਰ ਬੰਦਾ ਦੇਣ ਨੂੰ ਤਿਆਰ ਹੈ। ਤੁਸੀਂ ਆਪਦੇ ਡਾਇਰੈਕਟ ਤਾਂ ਕਰੋ ਨਾ ਹਸਪੀਟਲਸ ਨੂੰ, ਕਿ ਇਹ ਲੜਾਈ ਲੜਨ, ਅੱਗੇ ਹੋ ਕੇ ਲੜਾਈ ਲੜਨ ਦਾ ਜਜ਼ਬਾ ਤਾਂ ਪੈਦਾ ਕਰੋ ਉਹਨਾਂ ਦੇ ਵਿੱਚ। ਮੈਂ ਤਾਂ ਅਰਵਿੰਦ ਕੇਜਰੀਵਾਲ ਨੂੰ ਵੀ ਅੱਜ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਸਾਨੂੰ ਦਿੱਲੀ ਤੋਂ ਬਹੁਤ ਕਾਲਸ ਆਉਂਦੀਆਂ, ਪਰ ਸੀਮਤ ਸਾਧਨ ਹੋਣ ਕਰਕੇ, ਕਿਉਂਕਿ ਹਰ ਹਸਪਤਾਲ ਜੇ ਅਸੀਂ ਦਿੱਲੀ ਜਾਂਦੇ ਆ ਦੇਣ, ਹਰ ਹਸਪਤਾਲ ਦੇ ਆਪਦੇ ਨਿਯਮ ਹੈ, ਰੂਲਸ ਹੈ, ਕੁਝ ਲੈਂਦੇ ਹੈ ਨਹੀਂ ਲੈਂਦੇ, ਪਰ ਸਾਨੂੰ ਬੜੀ ਹੈਲਪਲੈਸਨੈਸ ਫੀਲ ਹੁੰਦੀ ਹੈ, ਬੜੀ ਮਾਯੂਸੀ ਹੁੰਦੀ ਹੈ ਕਿ ਅਸੀਂ ਉੱਥੇ ਦਿੱਲੀ 'ਚ ਵੀ ਸਾਡੇ ਭੈਣ ਭਰਾ ਹੀ ਹੈ ਨਾ, ਉਹ ਅਸੀਂ ਉਹਨਾਂ ਦੀ ਮਦਦ ਨਹੀਂ ਕਰ ਸਕ ਰਹੇ। ਬੜੀ ਦਿਲ 'ਚ ਪੀੜ ਹੁੰਦੀ ਹੈ, ਰਾਤ ਨੂੰ ਕਈ ਵਾਰੀ ਨੀਂਦ ਨਹੀਂ ਆਉਂਦੀ ਕਿ ਯਾਰ ਉੱਥੋਂ ਹਸਪਤਾਲ 'ਚੋਂ ਆਈ ਸੀ ਕਾਲ ਤੇ ਸਾਡੇ ਬੰਦੇ ਪਹੁੰਚ ਨਹੀਂ ਸਕੇ, ਪਤਾ ਨਹੀਂ ਉਹ ਬੰਦਾ ਬਚਿਆ ਹੋਣਾ ਕਿ ਨਹੀਂ ਬਚਿਆ ਹੋਣਾ। ਮੈਂ ਕੇਜਰੀਵਾਲ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਕੇਜਰੀਵਾਲ ਸਾਹਿਬ ਇੱਥੇ ਆਪਦਾ ਬਲੱਡ ਬੈਂਕ ਕੋਈ ਬਣਾ ਲਓ, ਕਿਸੇ ਪ੍ਰਾਈਵੇਟ ਹਸਪੀਟਲ ਨਾਲ ਟਾਈ ਅਪ ਕਰਾ ਲਓ, ਅਸੀਂ ਦੇਵਾਂਗੇ ਯਾਰ ਬਲੱਡ, ਅਸੀਂ ਦੇਵਾਂਗੇ ਪਲਾਜ਼ਮਾ, ਜਾਨਾਂ ਬਚਾਓ ਲੋਕਾਂ ਦੀਆਂ। ਆਖਰ ਦੇ ਵੀ ਜਿਹੜਾ ਕੋਈ ਤੁਹਾਡਾ ਆਪਣਾ ਹੈਲਪਲਾਈਨ ਨੰਬਰ ਜਾਰੀ ਹੋਏ ਚਾਹੋਗੇ ਉਹ ਵੀ ਮੇਰੇ ਕੋਲ ਉਹ ਸਾਰੇ ਸਾਡੇ ਸੋਸ਼ਲ ਮੀਡੀਆ ਤੇ ਹੈਗੇ ਜੀ, 3 ਹੈਲਪਲਾਈਨ ਨੰਬਰ ਹੈ, ਆ ਕੱਢ ਕੇ ਤੁਹਾਨੂੰ ਮੈਂ ਦਿਖਾ ਵੀ ਦਿੰਨਾ। ਇੱਕ ਤਾਂ ਮੇਰੇ ਜ਼ੁਬਾਨੀ 2 ਨੰਬਰ ਤਾਂ ਯਾਦ ਵੀ ਹੈ, ਇੱਕ ਪਰਮਿੰਦਰ ਸਿੰਘ ਬੁਹਾਰਾ ਹੈ, ਸਾਡੇ ਜਨਰਲ ਸੈਕਟਰੀ ਹੈ, ਉਹਨਾਂ ਦਾ ਨੰਬਰ ਹੈ 99080 00013। ਇਹ ਇੱਕ ਨੰਬਰ ਇਹ ਹੈ। ਇੱਕ ਮੁੰਡਾ ਮੇਰੇ ਨਾਲ ਹੁੰਦਾ ਹੈ ਵਰਿੰਦਰ ਸੋਢੀ, ਇਹਦਾ ਨੰਬਰ ਹੈ ਜੀ 97791 71507। ਇਹ ਮੈਂ ਤਾਂ ਆਪਦਾ ਨੰਬਰ ਵੀ ਦਿੱਤਾ ਕਿ ਮੈਂ ਵੀ ਲੂਪ 'ਚ ਰਵਾਂ, ਕਿ ਕੋਈ ਡਿਲੇ ਨਾ ਹੋਵੇ ਯਾਰ, 1 ਸੈਕਿੰਡ ਦੀ ਦੇਰੀ ਨਾ ਹੋਵੇ, ਬੰਦੇ ਦੀ ਜਾਨ ਬਚੇ। ਤੀਜਾ ਸਾਡੇ ਸਰਬਜੋਤ ਸਿੰਘ ਸਾਬੀ ਜੀ ਹੈ, ਸਾਡੇ ਸਕੱਤਰ ਜਨਰਲ, ਉਹਨਾਂ ਦੇ ਨਾਲ ਠਾਕੁਰ ਵਰਿੰਦਰ ਹੁੰਦਾ ਮੁੰਡਾ, ਉਹਦਾ ਨੰਬਰ ਵੀ ਔਨ ਆਲ ਸੋਸ਼ਲ ਮੀਡੀਆਜ਼ ਹੈ। ਸੰਪਰਕ ਕਰੋ, ਟਵਿੱਟਰ ਤੇ ਮੈਨੂੰ ਟੈਗ ਕਰ ਦਿਓ ਯਾਰ, ਜਿੰਨੀ ਛੇਤੀ ਹੋ ਸਕੇ। ਅੱਧੀ ਰਾਤ ਵੀ ਸਾਨੂੰ ਕੋਈ ਸੰਪਰਕ ਕਰੂਗਾ, ਅਸੀਂ ਜਾ ਕੇ ਮਦਦ ਕਰਾਂਗੇ। ਪਰ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਉੱਠ ਜਾਓ, ਹੁਣ ਵੇਲਾ ਲੋਕਾਂ ਦੀ ਲੜਾਈ ਲੜਨ ਦਾ, ਕੁਰਸੀ ਦੀ ਲੜਾਈ ਲੜਨ ਦਾ ਨਹੀਂ। ਸੋ ਇਸ ਸਨ ਅਕਾਲੀ ਦਲ ਦੇ ਪੰਜਾਬ ਦੇ ਪ੍ਰਧਾਨ ਪ੍ਰਬੰਧ ਸਿੰਘ ਬੰਟੀ ਰਮਾਣਾ, ਜਿਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਜਿਹੜਾ ਇੱਕ ਵਿੰਗ ਬਣਿਆ ਹੋਇਆ ਹੈ ਉਹ ਹੈਲਪ ਕਰ ਰਿਹਾ, ਜਿੱਥੇ ਕੋਵਿਡ ਹੈਲਪਿੰਗ ਵਿੰਗ ਹੈਗਾ ਜਿਹੜਾ ਖਾਣਾ ਪਹੁੰਚਾ ਰਿਹਾ, ਦੂਜੇ ਪਾਸੇ ਪਲਾਜ਼ਮਾ ਵਿੰਗ ਵੀ ਤਿਆਰ ਹੋ ਚੁੱਕਿਆ, ਬਣ ਚੁੱਕਿਆ, ਜਿਹੜਾ ਲਗਾਤਾਰ ਪਲਾਜ਼ਮਾ ਡੋਨੇਟ ਕਰ ਰਿਹਾ। ਤਾਂ ਇਹਨਾਂ ਦਾ ਪੰਜਾਬ ਸਰਕਾਰ ਤੋਂ ਇੱਕ ਮੰਗ ਕੀਤੀ ਹੈ ਕਿ ਸਰਕਾਰ ਆਪਣੀ ਅੰਦਰੂਨੀ ਲੜਾਈ ਛੱਡ ਕੇ ਕੋਵਿਡ ਦੇ ਜਿਹੜੇ ਇੰਤਜ਼ਾਮ ਉਹ ਕਰਕੇ ਦੇਵੇ। ਅਕਾਲੀ ਦਲ ਇਹਨਾਂ ਦੇ ਨਾਲ ਜੁੜਿਆ ਹੋਇਆ, ਅਕਾਲੀ ਦਲ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਅਕਾਲੀ ਦਲ ਪਾਰਟੀ ਦੇ ਪੂਰੇ ਪੰਜਾਬ ਦੇ ਵਿੱਚ ਪਲਾਜ਼ਮਾ ਡੋਨੇਟ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਜਾਰੀ ਹੈ ਤੇ ਅੱਗੇ ਵੀ ਜਾਰੀ ਰਹੂਗੀ। ਕੈਮਰਾਮੈਨ ਸ਼ਵਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।